ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਲ ਅਬਾਊਟ ਲਰਨਿੰਗ ਦੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ। ਅੱਜ ਅਸੀਂ 12ਵੀਂ ਜਮਾਤ ਦੀ ਪਾਠ ਪੁਸਤਕ ਵਿੱਚੋਂ ਪ੍ਰੇਮ ਪ੍ਰਕਾਸ਼ ਜੀ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ ਪੜਾਂਗੇ। ਪਹਿਲਾਂ ਪ੍ਰੇਮ ਪ੍ਰਕਾਸ਼ ਜੀ ਬਾਰੇ ਜਾਣਕਾਰੀ ਹਾਸਲ ਕਰਦੇ ਹਾਂ। ਉਹਨਾਂ ਦੀ ਮਾਤਾ ਜੀ ਦਾ ਨਾਮ ਸ਼੍ਰੀਮਤੀ ਦਇਆਵੰਤੀ, ਪਿਤਾ ਜੀ ਦਾ ਨਾਮ ਰਾਮ ਪ੍ਰਸਾਦ ਅਤੇ ਉਹਨਾਂ ਦਾ ਜਨਮ 7/4/1932 ਨੂੰ ਖੰਨਾ ਜ਼ਿਲ੍ਹਾ ਲੁਧਿਆਣਾ ਵਿਖੇ ਹੋਇਆ। ਆਪ ਜੀ ਨੂੰ ਰਾਸ਼ਟਰੀ ਸਾਹਿਤ ਅਕਾਦਮੀ ਵੱਲੋਂ ਕੁਝ ਅਣਕਿਹਾਵੀ ਇਸ ਕਹਾਣੀ ਸੰਗ੍ਰਹਿ ਲਈ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਗਿਆ। ਅਸੀਂ ਉਹਨਾਂ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ ਪੜ੍ਹਨ ਜਾ ਰਹੇ ਹਾਂ। ਸੋ ਸ਼ੁਰੂ ਕਰਦੇ ਹਾਂ ਕਹਾਣੀ। ਮਾੜਾ ਬੰਦਾ। ਉਹ ਉੱਥੇ ਹੀ ਖੜਾ ਸੀ। ਮੇਰੀ ਪਤਨੀ ਨੇ ਮੈਥੋਂ ਚੋਰੀ ਰਸੋਈ ਚੋਂ ਨਿਕਲ ਕੇ ਉਹਨੂੰ 2 ਵਾਰ ਦੇਖਿਆ। ਫਿਰ ਉਹ ਬੂਹੇ 'ਚ ਖਲੋ ਕੇ ਮੇਰੇ ਵੱਲ ਵੇਖਣ ਲੱਗੀ। ਮੈਂ ਖਿਜੀ ਨਜ਼ਰ ਨਾਲ ਉਹਨੂੰ ਵੇਖਿਆ ਤਾਂ ਉਹ ਰਸੋਈ 'ਚ ਵੜ ਕੇ ਚਾਹ ਬਣਾਉਣ ਲੱਗ ਪਈ। ਮੈਂ ਮੇਜ਼ ਤੇ ਬਹਿ ਕੇ ਫਿਰ ਉਹੀ ਚਿੱਠੀ ਲਿਖਣ ਦਾ ਯਤਨ ਕਰਨ ਲੱਗਾ ਜਿਹੜੀ ਕਈ ਦਿਨਾਂ ਤੋਂ ਅਧੂਰੀ ਪਈ ਸੀ। ਜੰਗਲਾਤ ਦੇ ਅਫਸਰ ਆਪਣੀ ਭੂਆ ਦੇ ਪੁੱਤਰ ਭਰਾ ਨੂੰ ਫਰਨੀਚਰ ਬਣਵਾ ਕੇ ਭੇਜਣ ਲਈ ਲਿਖਣਾ ਸੀ। ਸਾਈਜ਼ ਤੇ ਡਿਜ਼ਾਈਨ ਲਿਖਣ ਵੇਲੇ ਗੱਲ ਉਲਝ ਗਈ ਸੀ। ਜ਼ਰਾ ਕੁ ਸੁਲਝਣ ਲੱਗੀ ਤਾਂ ਪਤਨੀ ਨੇ ਆ ਕੇ ਹੌਲੀ ਦੇਣੇ ਕਿਹਾ, ਹੈ ਜੀ, ਉਹ ਉੱਥੇ ਹੀ ਖਲੋਤਾ ਹੈ। ਪਤਨੀ ਹਾਲੇ ਵੀ ਬੇਚੈਨ ਸੀ। ਮੈਂ ਚਾਹੁੰਦਾ ਸੀ ਭਈ ਉਹਦਾ ਧਿਆਨ ਹੀ ਨਾ ਕਰੇ, ਪਰ ਮੈਥੋਂ ਆਪ ਚਿੱਠੀ ਲਿਖੀ ਹੀ ਨਹੀਂ ਸੀ ਜਾ ਰਹੀ। ਮੈਂ ਵੀ ਉਹਨੂੰ ਬਾਰੀ ਵਿੱਚੋਂ ਵਾਰ-ਵਾਰ ਵੇਖ ਚੁੱਕਾ ਸਾਂ। ਉਹ ਉਂਝੇ ਉੱਥੇ ਹੀ ਖਲੋਤਾ ਸੀ, ਚੌਂਕ ਦੇ ਖੱਬੇ ਪਾਸੇ ਆਪਣੇ ਰਿਕਸ਼ੇ ਦਾ ਰੁਖ ਪਾਰਕ ਵੱਲ ਨੂੰ ਕਰਕੇ। ਪਹਿਲਾਂ ਉਹ ਰਿਕਸ਼ੇ ਦੀ ਗੱਦੀ ਤੇ ਬੈਠਾ ਸੀ, ਫਿਰ ਉਹ ਪੈਡਲਾਂ ਤੇ ਖਲੋ ਗਿਆ। ਹੁਣ ਉਹਨੇ ਕਾਠੀ ਤੇ ਕੂਹਣੀ ਰੱਖੀ ਹੋਈ ਸੀ ਤੇ ਝੁਕਿਆ ਖਲੋਤਾ ਸੀ, ਜਿਵੇਂ ਉਹਨੇ ਕਿਤੇ ਜਾਣਾ ਵੀ ਨਹੀਂ ਹੁੰਦਾ। ਉਹਨੇ ਇੱਕ ਵਾਰ ਵੀ ਮੁੜ ਕੇ ਸਾਡੇ ਵੱਲ ਨਹੀਂ ਸੀ ਵੇਖਿਆ। ਘੱਟੋ ਘੱਟ ਉਦੋਂ ਉਹ ਖਾਲੀ ਪਲਾਟ ਵੱਲ ਹੀ ਵੇਖੀ ਜਾ ਰਿਹਾ ਸੀ, ਜਿਵੇਂ ਉਹਦਾ ਸਾਡੇ ਨਾਲ ਕੋਈ ਲੈਣ ਦੇਣ ਹੀ ਨਾ ਹੋਵੇ। ਕੁੱਬੀ ਹੋਈ ਉਹਦੀ ਪਿੱਠ ਤੇ ਸੱਜੇ ਮੋਢੇ ਦੀ ਹੱਡੀ ਤੱਕ ਭੈੜੀ ਜਿਹੀ ਬੁਰਸ਼ਟ ਤੇ ਹੋਰ ਰੰਗ ਦੇ ਕੱਪੜੇ ਦੀ ਟਾਕੀ ਲੱਗੀ ਹੋਈ ਸੀ। ਕੱਛੇ ਹੇਠ ਕਾਲੀਆਂ ਸੁੱਕੀਆਂ ਲੱਤਾਂ ਸਨ ਤੇ ਸਿਰ ਦੇ ਵਾਲ ਮੈਲੇ ਤੇ ਉਲਝੇ ਹੋਏ ਸਨ। ਉਹਨੂੰ ਵੇਖ ਕੇ ਹੀ ਦਿਲ ਖਰਾਬ ਹੁੰਦਾ ਸੀ। ਜੇ ਉਹਦੀ ਫੋਟੋ ਖਿੱਚ ਕੇ ਅਖਬਾਰ 'ਚ ਛਾਪੀ ਜਾਵੇ ਤੇ ਹੇਠਾਂ ਲਿਖ ਦਿੱਤਾ ਜਾਵੇ, ਇਹ ਹੈ ਉਹ ਮੁੰਡਾ ਜਿਹੜਾ ਆਪਣੇ ਮਾਲਕ, ਉਹਦੀ ਪਤਨੀ ਤੇ ਇਕਲੌਤੇ ਪੁੱਤਰ ਨੂੰ ਕਤਲ ਕਰਕੇ ਉਹਨਾਂ ਦੇ ਸਾਰੇ ਗਹਿਣੇ ਲੈ ਕੇ ਭੱਜ ਗਿਆ ਸੀ, ਤਾਂ ਲੋਕ ਸੱਚ ਮੰਨ ਲੈਣਗੇ। ਇਹਦੀਆਂ ਭੁੱਖੀਆਂ ਨਜ਼ਰਾਂ ਇਸੇ ਤਰ੍ਹਾਂ ਹੈਰਾਨੀ ਨਾਲ ਵੇਖਦੀਆਂ ਨੇ ਜਿਵੇਂ ਕੁਝ ਚੰਗਾ ਵੇਖਿਆ ਹੀ ਨਹੀਂ ਹੁੰਦਾ। ਕਮੀਨੀਆਂ ਜਿਹੀਆਂ ਨਜ਼ਰਾਂ। ਜਦੋਂ ਉਹਨੇ ਭੈੜਾ ਜਿਹਾ ਮੂੰਹ ਕਰਕੇ ਆਨੇ ਕੱਢ ਕੇ ਮੇਰੇ ਵੱਲ ਤੱਕਿਆ ਸੀ, ਜਿਵੇਂ ਹੱਤਕ ਕਰ ਰਿਹਾ ਹੋਵੇ, ਤਾਂ ਮੈਨੂੰ ਖਿਝ ਆ ਗਈ। ਤੇ ਜਦੋਂ ਉਹਨੇ ਮੇਰੀ ਪਤਨੀ ਦੇ ਫੜਾਏ ਹੋਏ 2 ਰੁਪਏ ਬੁੜਬੁੜ ਕਰਕੇ ਵਗਾਹ ਮਾਰੇ ਸਨ, ਤਾਂ ਮੇਰਾ ਦਿਲ ਕੀਤਾ ਭਈ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਵਾਂ ਅਤੇ ਸੁੱਕੀਆਂ ਜਿਹੀਆਂ ਬਾਹਾਂ ਦੇ ਕਾਨੇ ਮਰੋੜ ਦਿਆਂ। ਪਰ ਮੇਰੀ ਪਤਨੀ ਨੇ ਮੈਨੂੰ ਰੋਕ ਦਿੱਤਾ। ਕੁਝ ਮੈਂ ਆਪ ਵੀ ਚੁੱਪ ਕਰ ਗਿਆ। ਭਈ ਇਸ ਕਮੀਨੇ ਜਿਹੇ ਬੰਦੇ ਨੂੰ ਕੀ ਹੱਥ ਲਾਉਣਾ ਏ, ਛਿੱਟੇ ਹੀ ਪੈਣਗੇ। ਉਹ ਨਿੱਕੀ ਜਿਹੀ ਗਾਲ ਕੱਢ ਦੇਵੇ, ਹੱਥ ਚੁੱਕ ਲਵੇ, ਸ਼ਰੀਫ ਆਦਮੀ ਮਿੱਟੀ ਹੋ ਜਾਂਦਾ ਏ। ਫਿਰ ਭਾਵੇਂ ਉਹ ਆਪਣੇ ਆਪ ਨੂੰ ਹੀ ਗਾਲਾਂ ਕੱਢ ਲਵੇ, ਲੋਕੀ ਸਮਝਦੇ ਨੇ ਕਿ ਦੂਜੇ ਨੂੰ ਹੀ ਕੱਢ ਰਿਹਾ ਹੈ। ਉਂਝ ਵੀ ਮੈਂ ਨਹੀਂ ਸੀ ਚਾਹੁੰਦਾ ਭਈ ਮਾੜੇ ਬੰਦੇ ਨਾਲ ਲੜਿਆ ਜਾਵੇ, ਪਰ ਇਹ ਬੇਇਨਸਾਫੀ ਵੀ ਸਹਿ ਨਹੀਂ ਹੁੰਦੀ। ਸਬਜ਼ੀ ਮੰਡੀ ਤੋਂ ਇੱਥੋਂ ਤੱਕ ਦੇ 2 ਰੁਪਏ ਦੇਣੇ ਤੈਅ ਕੀਤੇ ਸਨ ਮੇਰੀ ਪਤਨੀ ਨੇ। ਫਿਰ ਝਗੜਾ ਕਾਹਦਾ? ਇਹ ਕਮੀਨਾ ਤਰੀਕਾ ਏ ਇਹਨਾਂ ਦੇ ਮੰਗਣ ਦਾ ਜਾਂ ਠੱਗਣ ਦਾ। ਪਹਿਲਾਂ ਕਹਿਣਗੇ ਜੋ ਮਰਜ਼ੀ ਦੇ ਦਿਓ, ਪਰ ਲੈਣ ਵੇਲੇ ਆਪਣੀ ਮਰਜ਼ੀ ਦੇ ਲੈਂਦੇ ਨੇ। ਜੇ ਪੈਸੇ ਤੈਅ ਕਰ ਲਓ ਤਾਂ ਜਦੋਂ ਮੁਹੱਲਾ ਨੇੜੇ ਆਉਣ ਲੱਗਦਾ ਏ ਤਾਂ ਕਹਿਣ ਲੱਗ ਪੈਂਦੇ ਨੇ, ਬੀਬੀ ਜੀ ਇਹ ਤਾਂ ਬੜੀ ਦੂਰ ਏ, ਸ਼ਹਿਰ ਦਾ ਦੂਜਾ ਪਾਸਾ ਆ ਗਿਆ, ਮਾਡਲ ਟਾਊਨ ਤਾਂ 1.5 ਮੀਲ ਲੰਮਾ ਏ, ਗਰੀਬ ਆਦਮੀ ਨੂੰ ਮਾਰ ਲਿਆ, ਇਸ ਵੇਲੇ ਕੋਈ ਇੰਨੀ ਦੂਰ ਕਾਹਨੂੰ ਆਉਂਦਾ ਏ। ਅਜੇ ਤਾਂ ਦੁਪਹਿਰ ਦੇ 2 ਹੀ ਵੱਜੇ ਸਨ। ਇਹਦਾ ਖਿਆਲ ਸੀ ਭਈ ਘਰ 'ਚ ਕੋਈ ਮਰਦ ਨਹੀਂ ਹੋਵੇਗਾ, ਜਨਾਨੀ ਨੂੰ ਠੱਗ ਲਵਾਂਗੇ। ਰਿਕਸ਼ਾ ਰੋਕ ਕੇ ਕਹਿੰਦਾ, ਇਹ ਤਾਂ ਬੀਬੀ ਜੀ ਸ਼ਕਤੀ ਨਗਰੀ ਆ ਗਿਆ, ਸੜਕ ਟੁੱਟੀ ਪਈ ਏ, 3 ਰੁਪਏ ਦਿਓ। ਆਵਾਜ਼ ਸੁਣ ਕੇ ਮੈਂ ਬਾਹਰ ਨਿਕਲ ਆਇਆ।
ਉਹਨੇ ਮੇਰੇ ਸਾਹਮਣੇ ਮੇਰੀ ਪਤਨੀ ਦੇ ਫੜਾਏ ਹੋਏ 2 ਰੁਪਏ ਵਗਾਹ ਕੇ ਸੁੱਟ ਦਿੱਤੇ। ਜਦੋਂ ਮੈਂ ਉਹਨੂੰ ਕਮੀਨਾ ਕਹਿ ਕੇ ਮਾਰਨ ਲੱਗਾ ਤਾਂ ਗਰੀਬ ਹਾਂ, ਮਾੜਾ ਬੰਦਾ ਹਾਂ ਨਾ, ਆਖਦਾ ਹੋਇਆ ਭੈੜੀਆਂ ਜਿਹੀਆਂ ਨਜ਼ਰਾਂ ਨਾਲ ਵੇਖਦਾ ਰਿਕਸ਼ਾ ਲੈ ਕੇ ਤੁਰ ਗਿਆ। ਮੈਨੂੰ ਪਤਾ ਸੀ ਭਈ ਉਹ 1 ਰੁਪਈਆ ਵੱਧ ਮੰਗ ਕੇ 50 ਪੈਸੇ ਵੱਧ ਲੈਣੇ ਚਾਹੁੰਦਾ ਸੀ, ਪਰ ਇਹ ਕੋਈ ਤਰੀਕਾ ਸੀ? ਉਹ ਮਿੰਨਤ ਨਾਲ ਸਹੀ, ਨਿਮਰਤਾ ਨਾਲ ਹੀ ਕਹਿ ਦਿੰਦਾ, ਮੈਂ ਸਮਝਦਾ ਸੀ ਕੋਠੀ ਨੇੜੇ ਹੋਵੇਗੀ, ਪਰ ਬੀਬੀ ਜੀ ਇਹ ਤਾਂ ਬੜੀ ਦੂਰ ਨਿਕਲੀ, ਮੈਨੂੰ 50 ਪੈਸੇ ਹੋਰ ਦੇ ਦਿਓ। ਉਹਨੂੰ ਉਸੇ ਵੇਲੇ ਮਿਲ ਜਾਣੇ ਸਨ। ਭਗਤਣੀ ਮੇਰੀ ਪਤਨੀ ਤਾਂ ਤੁਰੇ ਜਾਂਦੇ ਗਰੀਬ ਗੁਰਬੇ ਨੂੰ ਰੋਟੀ ਚਾਹ ਵੀ ਦੇ ਦਿੰਦੀ ਏ, ਇਹਨੇ ਤਾਂ ਫਿਰ ਵੀ ਉਸਨੂੰ ਢੋ ਕੇ ਲਿਆਂਦਾ ਸੀ। ਪਰ ਪੁਆੜਾ ਪੈ ਗਿਆ ਉਹਦੇ ਰੁਪਏ ਸੁੱਟਣ ਤੋਂ ਅਤੇ ਮੇਰੇ ਗਰਮ ਹੋਣ ਤੋਂ। ਮੇਰੀ ਪਤਨੀ ਚਾਹ ਦਾ ਆਪਣਾ ਕੱਪ ਵੀ ਮੇਰੇ ਕੋਲ ਲੈ ਆਈ ਤੇ ਚੀਨੀ ਲੈਣ ਦੇ ਬਹਾਨੇ ਇੱਕ ਵਾਰ ਫੇਰ ਉਹਨੂੰ ਵੇਖ ਆਈ। ਕੁਰਸੀ ਤੇ ਬਹਿ ਕੇ ਚਾਹ ਪੀਂਦੀ ਨੇ ਮੇਰੇ ਚਿਹਰੇ ਵੱਲ ਤੱਕਿਆ। ਜਦ ਮੈਂ ਚੁੱਪ ਹੀ ਰਿਹਾ ਤਾਂ ਆਪ ਹੀ ਬੋਲੀ, ਛੱਡੋ ਪਰੇ, 3 ਰੁਪਏ ਹੀ ਦੇ ਦਿਓ, ਆ ਲਓ। ਨਹੀਂ, ਮੈਂ ਇੱਕੋ ਸ਼ਬਦ ਬੋਲਿਆ। ਉਹ ਗਰੀਬ ਏ, ਪੈਸੇ ਡਿੱਗ ਵੀ ਪੈਂਦੇ ਨੇ, ਬੱਚੇ ਰੋਜ਼ ਰੁਪਈਆ 2 ਰੁਪਈਆ ਖਰਚ ਦਿੰਦੇ ਨੇ, ਕਿੰਨੇ ਪੈਸੇ ਐਵੇਂ ਰੋੜ ਛੱਡੀ ਦੇ ਨੇ। ਉਹ ਰਿਕਸ਼ੇ ਵਾਲੇ ਦੀ ਵਕੀਲ ਬਣੀ ਬੈਠੀ ਸੀ। ਹਮਦਰਦੀ ਨਾਲ ਜਾਂ ਡਰ ਨਾਲ, ਉਂਝ ਉਹਦੀ ਗੱਲ ਠੀਕ ਸੀ। ਮੈਂ ਰੋਜ਼ 3-2.5 ਰੁਪਏ ਦੀਆਂ ਸਿਗਰਟਾਂ ਪੀਂਦਾ ਸਾਂ, ਮਹੀਨੇ 'ਚ 2-3 ਵਾਰ ਸਿਨੇਮੇ ਵੀ ਜਾਂਦਾ ਸਾਂ। ਡੈਡੀ, ਰਿਕਸ਼ੇ ਵਾਲਾ ਉੱਥੇ ਖਲੋਤਾ। ਇੱਕ ਬੰਦੇ ਨੇ ਪੁੱਛਿਆ, ਚੱਲਣਾ ਈ ਕੰਪਨੀ ਬਾਗ? ਕਹਿੰਦਾ ਨਹੀਂ, ਮੇਰੇ ਵੱਡੇ ਪੁੱਤਰ ਨੇ ਆ ਕੇ ਦੱਸਿਆ। ਬੇਵਕੂਫ ਜਾਹਲ, ਤਦੇ ਸਾਲੇ ਗਰੀਬ ਨੇ, ਨਜਾਇਜ਼ ਤਰੀਕੇ ਨਾਲ 1 ਰੁਪਈਆ ਕਮਾਉਣ ਬਦਲੇ 2 ਰੁਪਏ ਦੀ ਸਵਾਰੀ ਗੁਆ ਦਿੱਤੀ। ਪੂਰਾ 1 ਘੰਟਾ ਬਰਬਾਦ ਕਰ ਲਿਆ। 5 ਰੁਪਏ ਕਮਾਏ ਜਾ ਸਕਦੇ ਸੀ ਇਸ ਸਮੇਂ 'ਚ। ਬੁੜਬੁੜਾ ਕੇ ਮੈਂ ਇੰਜ ਕਿਹਾ ਭਈ ਮੁੰਡਾ ਨਾ ਸੁਣੇ, ਤੇ ਚਿੱਠੀ ਅਧੂਰੀ ਹੀ ਪਰੇ ਕਰ ਦਿੱਤੀ। ਮੈਂ ਨਹੀਂ ਸੀ ਚਾਹੁੰਦਾ ਭਈ ਮੁੰਡੇ ਨੂੰ ਮੇਰੇ ਚਿਹਰੇ ਤੋਂ ਇਸ ਚਿੰਤਾ ਦਾ ਪਤਾ ਲੱਗੇ ਜਿਹੜੀ ਰਿਕਸ਼ੇ ਵਾਲੇ ਦੇ ਖਲੋਣ ਨਾਲ ਮੈਨੂੰ ਹੋ ਰਹੀ ਸੀ। ਮੈਂ ਪਤਨੀ ਨੂੰ ਵੀ ਇਵੇਂ ਹੀ ਜ਼ਾਹਿਰ ਕਰ ਰਿਹਾ ਸੀ ਤੇ ਸਮਝਾ ਵੀ ਰਿਹਾ ਸੀ ਭਈ ਉਹ ਉਧਰ ਧਿਆਨ ਹੀ ਨਾ ਦੇਵੇ, ਸਾਲਾ ਆਪੇ ਥੱਕ ਹਾਰ ਕੇ ਚਲਾ ਜਾਵੇਗਾ। ਪਤਨੀ ਕੱਪ ਚੁੱਕ ਕੇ ਰਸੋਈ 'ਚ ਚਲੀ ਗਈ। ਮੈਂ ਉੱਠ ਕੇ ਬਾਰੀ ਵਿੱਚੋਂ ਝਾਤੀ ਮਾਰੀ। ਕੋਈ ਹੋਰ ਰਿਕਸ਼ੇ ਵਾਲਾ ਉਹਦੇ ਕੋਲ ਖਲੋਤਾ ਸੀ। ਉਹ ਦੂਜਾ ਰਿਕਸ਼ੇ ਵਾਲਾ ਕੋਈ ਗੱਲ ਕਰਕੇ ਕਾਹਲ ਨਾਲ ਅੱਡੇ ਵੱਲ ਨੂੰ ਚਲਾ ਗਿਆ। ਮੈਨੂੰ ਲੱਗਾ ਉਹ ਆਪਣੇ ਸਾਥੀਆਂ ਨੂੰ ਬੁਲਾਉਣ ਗਿਆ ਏ। ਇਹਨਾਂ ਵਿੱਚ ਏਕਤਾ ਬੜੀ ਹੁੰਦੀ ਏ, ਝਗੜਾ ਹੋਣ ਤੇ ਸਾਰੇ ਚੰਬੜ ਜਾਂਦੇ ਨੇ, ਪਰ ਦੂਜੇ ਮੁਸਾਫਰ ਵੇਖ ਕੇ ਵੀ ਲੰਘ ਜਾਂਦੇ ਨੇ। ਬੁਲਾ ਲਿਆ ਵੇ, ਮੈਂ ਕੋਈ ਡਰਦਾ? ਇਹ ਸੋਚ ਕੇ ਮੈਂ ਕੁਰਸੀ ਤੇ ਬਹਿ ਗਿਆ। ਪਤਨੀ ਮੁੜ ਆ ਕੇ ਬੂਹੇ 'ਚ ਖਲੋ ਗਈ। ਹੌਲੀ ਦਿਨੇ ਕਹਿੰਦੀ, ਰਿਕਸ਼ੇ ਵਾਲੇ ਨੂੰ ਚੰਗਾ ਹੁੰਦਾ 1 ਕੱਪ ਚਾਹ ਹੀ ਪਿਆ ਦਿੰਦੀ, ਹੁਣ ਡੋਲਣੀ ਪੈਣੀ ਏ। ਉਹ ਸਮਝੌਤੇ ਦਾ ਰਾਹ ਲੱਭ ਰਹੀ ਸੀ। ਲੱਗਦਾ ਸੀ ਉਹ ਹਾਰ ਗਈ ਏ। ਜੇ ਉਹ ਰਿਕਸ਼ੇ ਵਾਲਾ ਮੁੜ ਕੇ ਆ ਜਾਵੇ ਤੇ ਮੈਂ ਇੱਥੋਂ ਚਲਾ ਜਾਵਾਂ ਤਾਂ ਉਹਨੂੰ ਚੁੱਪ ਕਰਕੇ 3 ਰੁਪਏ ਹੀ ਦੇ ਦੇਵੇਗੀ। ਕਿਉਂ ਜੀ? ਉਹ ਕਹਿਣ ਲੱਗੀ, ਜੇ ਰਾਤ ਹੋਵੇ, ਮੀਂਹ ਵਰਦਾ ਹੋਵੇ ਤਾਂ ਹੀ 3 ਰੁਪਏ ਲੈਂਦੇ ਨੇ ਰਿਕਸ਼ੇ ਵਾਲੇ। ਹੁਣ ਮੀਂਹ ਵਰਦਾ। ਮੇਰੇ ਮੂੰਹੋਂ ਇਹ ਗੱਲ ਸਖਤੀ ਨਾਲ ਨਿਕਲ ਗਈ। ਇਸ ਦਾ ਅਹਿਸਾਸ ਵੀ ਮੈਨੂੰ ਸ਼ਿੱਦਤ ਨਾਲ ਹੋਇਆ। ਉਹ ਉੱਠ ਕੇ ਦੂਜੇ ਕਮਰੇ 'ਚ ਚਲੀ ਗਈ। ਮੈਂ ਚਿੱਠੀ ਤੇ 2-3 ਸਤਰਾਂ ਝਰੀਟੀਆਂ ਤੇ ਪੂਰੀ ਕਰ ਦਿੱਤੀ। ਪੂਰੀ ਲਿਖਾਂਗਾ। ਪੂਰੀ ਕੀ ਕਰ ਦਿੱਤੀ? ਥੱਕ ਹਾਰ ਕੇ ਲਿਖ ਦਿੱਤਾ। ਹੋਰ ਗੱਲਾਂ ਮੈਂ ਅਗਲੀ ਚਿੱਠੀ 'ਚ ਲਿਖਾਂਗਾ। ਡਿਜ਼ਾਈਨ ਜਿਹੜਾ ਤੁਹਾਨੂੰ ਚੰਗਾ ਲੱਗੇ ਤੇ ਲੱਕੜ ਬਾਰੇ ਮਿਸਤਰੀ ਨੇ ਜਿਹੜੀ ਗੱਲ ਮੈਨੂੰ ਦੱਸੀ ਸੀ ਉਹ ਭੁੱਲ ਭੁਲਾ ਗਈ ਏ। ਵਿਚਕਾਰ ਹਰਾਮਜ਼ਾਦਾ ਉਹ ਆ ਗਿਆ ਸੀ ਜਿਹੜਾ ਚੌਂਕ 'ਚ ਖਲੋਤਾ ਸੀ। ਸ਼ਾਇਦ ਹਾਲੇ ਵੀ ਉਂਝ ਹੀ ਖਲੋਤਾ ਹੋਵੇ, ਰਿਕਸ਼ੇ ਦੀ ਕਾਠੀ ਤੇ ਕੂਹਣੀ ਟਿਕਾ ਕੇ। ਮੈਨੂੰ ਪਤਨੀ ਦੀ ਇਸ ਆਦਤ ਤੇ ਖਿਝ ਆਈ ਕਿ ਜਦੋਂ ਵੀ ਕੋਈ ਮਜ਼ਦੂਰ ਝਗੜਾ ਪਾਵੇ ਤਾਂ ਵੱਧ ਪੈਸੇ ਦੇ ਕੇ ਖਲਾਸੀ ਕਰ ਲੈਂਦੀ ਏ, ਤੇ ਅੱਡੇ ਤੇ ਬੈਠੇ ਮੰਗਤੇ ਦੀ ਇਹ ਗੱਲ ਮੰਨ ਲਈ ਜਾਵੇ ਕਿ 25 ਪੈਸੇ ਦਾ ਪਾਨ ਖਾ ਕੇ ਥੁੱਕ ਦਿੰਦੇ ਹੋ, ਇਸ ਗਰੀਬ ਦੀ ਤਲੀ ਤੇ ਥੁੱਕ ਦਿਓ। ਇਸ ਮਾਮਲੇ 'ਚ ਮੈਂ ਉਹਦੇ ਨਾਲ ਬਹਿਸ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇਹ ਗੱਲ ਦਲੀਲ ਨਾਲੋਂ ਵੱਧ ਭਾਵਨਾ ਨਾਲ ਜੁੜੀ ਹੋਈ ਏ। ਉਹ ਪੁੰਨ ਸਮਝ ਕੇ ਸੁਖੀ ਹੋ ਜਾਂਦੀ ਏ ਤੇ ਰਿਕਸ਼ੇ ਵਾਲਾ ਜਾਂ ਮੰਗਤਾ ਠੇਕੇ ਤੋਂ ਬੋਤਲ ਲੈ ਆਉਂਦਾ ਏ। ਮੇਰਾ ਦਿਲ ਕੀਤਾ ਉੱਠ ਕੇ ਰਿਕਸ਼ੇ ਵਾਲੇ ਦੇ ਕੋਲ ਜਾਵਾਂ ਤੇ ਪੁੱਛਾਂ
ਭਈ ਤੈਂ ਜਾਣਾ ਹੈ ਕਿ ਨਹੀਂ, ਭਲਾ ਮਾਨਸ ਬਣ ਕੇ ਪੈਸੇ ਲੈ ਕੇ ਟੁਰ ਜਾ, ਨਹੀਂ ਤਾਂ ਛਿੱਤਰ ਲਾਵਾਂਗਾ। ਪੁਲਿਸ ਨੂੰ ਫੋਨ ਕਰਕੇ ਕਹਿ ਦਿਆਂਗਾ ਇਹ ਬਦਮਾਸ਼ ਰਿਕਸ਼ੇ ਵਾਲਾ ਮੈਨੂੰ ਧਮਕੀਆਂ ਦਿੰਦਾ ਏ ਤੇ ਮੇਰੀ ਇੱਜ਼ਤ ਨੂੰ ਹੱਥ ਪਾਉਣ ਨੂੰ ਫਿਰਦਾ ਏ। ਔਖਾ ਜਿਹਾ ਉੱਠ ਕੇ ਮੈਂ ਬਰਾਂਡੇ 'ਚ ਆਇਆ, ਗੁੱਸੇ ਨਾਲ ਵਿਹੜੇ 'ਚ ਗਿਆ। ਗੇਟ ਵੱਲ ਵਧਿਆ ਤਾਂ ਉਹ ਰਿਕਸ਼ੇ ਵਾਲਾ ਉੱਥੇ ਨਹੀਂ ਸੀ। ਮੈਂ ਪਿਛਾਂਹ ਮੁੜ ਕੇ ਪਤਨੀ ਨੂੰ ਆਵਾਜ਼ ਮਾਰੀ। ਉਹ ਕੋਈ ਧਰਮ ਪੋਥੀ ਪੜ੍ਹਦੀ ਹੋਈ ਬਾਹਰ ਨਿਕਲੀ। ਮੈਂ ਉਹਨੂੰ ਦੱਸਿਆ ਕਿ ਉਹ ਚਲਾ ਗਿਆ ਏ। ਉਹਨੇ ਝੱਟ ਦੇਣੀ ਪੋਥੀ ਬੰਦ ਕਰਕੇ ਬਰਾਂਡੇ ਦੀ ਬੰਨੀ ਤੇ ਰੱਖ ਦਿੱਤੀ। ਅਸੀਂ ਲੌਨ 'ਚ ਪਈਆਂ ਕੁਰਸੀਆਂ ਤੇ ਬਹਿ ਗਏ। ਉਹਦੇ ਚਿਹਰੇ ਤੇ ਦੁੱਖ ਦਾ ਜਿਹੜਾ ਪੋਚਾ ਫਿਰਿਆ ਹੋਇਆ ਸੀ ਉਹ ਧੁੱਪ ਗਿਆ ਸੀ। ਮੈਂ ਐਵੇਂ ਪੁੱਛਿਆ, ਅੱਜ ਰਾਤੀ ਫਿਲਮ ਨਾ ਵੇਖ ਆਈਏ? ਹੁਣ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਹੀ ਦੇ ਦਿਆਂਗੇ ਤੇ ਉਹ 50 ਪੈਸੇ ਜਿਹੜੇ ਤੈਂ ਵੱਧ ਦੇਣੇ ਸਨ ਉਹ ਅੱਡੇ ਵਾਲੇ ਮੰਗਤੇ ਨੂੰ ਦੇ ਦਿਆਂਗੇ। ਜਿਵੇਂ ਤੇਰੀ ਮਰਜ਼ੀ, ਤੂੰ ਮੁਖਤਿਆਰ ਏ, ਮੈਨੂੰ ਕੀ। ਗੱਲ ਕਰਕੇ ਅਸੀਂ ਇੱਕ ਦੂਜੇ ਵੱਲ ਵੇਖਿਆ ਤੇ ਮੁਸਕਰਾ ਪਏ। ਸੋ ਪਿਆਰੇ ਬੱਚਿਓ, ਇਹ ਤਾਂ ਸੀ ਕਹਾਣੀ ਪ੍ਰੇਮ ਪ੍ਰਕਾਸ਼ ਜੀ ਦੀ ਲਿਖੀ ਹੋਈ ਕਹਾਣੀ ਮਾੜਾ ਬੰਦਾ। ਇਸ ਕਹਾਣੀ ਵਿੱਚ ਅਸੀਂ ਕੀ ਦੇਖਦੇ ਹਾਂ ਕਿ ਮੱਧ ਵਰਗੀ ਮਾਨਸਿਕਤਾ ਜੋ ਸਾਡੇ ਸਾਹਮਣੇ ਉਗੜ ਕੇ ਪੇਸ਼ ਹੁੰਦੀ ਹੈ ਕਿ ਮੱਧ ਵਰਗੀ ਪਤੀ ਪਤਨੀ ਦਾ ਇੱਕ ਆਮ ਰਿਕਸ਼ਾ ਚਾਲਕ ਨਾਲ ਝਗੜਾ ਹੋ ਜਾਂਦਾ ਹੈ। ਝਗੜਾ ਕਿਸ ਗੱਲੋਂ ਹੁੰਦਾ ਹੈ ਕਿ ਉਹ ਤੈਅ ਕੀਤੇ ਪੈਸਿਆਂ ਨਾਲੋਂ ਵੱਧ ਪੈਸੇ ਮੰਗਣੇ ਸ਼ੁਰੂ ਕਰ ਦਿੰਦਾ ਹੈ, ਜਿਸ ਕਰਕੇ ਉਹ ਲੇਖਕ ਦੀ ਪਤਨੀ ਵੱਲੋਂ ਦਿੱਤੇ ਹੋਏ ਪੈਸਿਆਂ ਨੂੰ ਵਗਾ ਕੇ ਮਾਰਦਾ ਹੈ। ਇਹ ਦ੍ਰਿਸ਼ ਦੇਖ ਕੇ ਲੇਖਕ ਨੂੰ ਬਹੁਤ ਜ਼ਿਆਦਾ ਗੁੱਸਾ ਚੜ੍ਹ ਜਾਂਦਾ ਹੈ, ਜਿਸ ਕਰਕੇ ਉਹ ਉਸਨੂੰ ਵੱਧ ਪੈਸੇ ਦੇਣ ਤੋਂ ਇਨਕਾਰ ਕਰ ਦਿੰਦਾ ਹੈ। ਪਰੰਤੂ ਕਾਫੀ ਲੰਬੇ ਸਮੇਂ ਤੱਕ ਉਹ ਰਿਕਸ਼ੇ ਵਾਲਾ ਉਹਨਾਂ ਦੇ ਦਰਵਾਜ਼ੇ ਅੱਗੇ ਹੀ ਖੜਾ ਰਹਿੰਦਾ ਹੈ, ਜਿਸ ਕਰਕੇ ਦੋਹੇ ਪਤੀ ਪਤਨੀ ਬੇਹੱਦ ਪਰੇਸ਼ਾਨ ਤੇ ਬੇਚੈਨ ਹੋ ਜਾਂਦੇ ਹਨ। ਇੱਥੋਂ ਤੱਕ ਕਿ ਉਹ ਆਪਣੇ ਕਿਸੇ ਕੰਮ ਵਿੱਚ ਵੀ ਇਕਾਗਰ ਨਹੀਂ ਹੋ ਸਕਦੇ ਅਤੇ ਘੜੀ ਮੁੜੀ ਬਾਹਰ ਝਾਕ ਕੇ ਉਸ ਰਿਕਸ਼ੇ ਵਾਲੇ ਨੂੰ ਦੇਖਦੇ ਹਨ ਕਿ ਉਹ ਚਲਿਆ ਗਿਆ ਹੈ ਕਿ ਨਹੀਂ। ਅਸਲ ਵਿੱਚ ਬੇਟਾ ਇਸ ਕਹਾਣੀ ਵਿੱਚ ਇਹ ਦੱਸਿਆ ਗਿਆ ਹੈ ਕਿ ਆਪਣੇ ਆਪ ਨੂੰ ਤਾਕਤਵਰ ਸਮਝਣ ਵਾਲੀ ਮੱਧ ਵਰਗ ਜੋ ਸ਼੍ਰੇਣੀ ਹੈ ਉਹ ਇੱਕ ਆਮ ਰਿਕਸ਼ਾ ਚਾਲਕ ਤੋਂ ਹੀ ਭੈਭੀਤ ਹੁੰਦੀ ਦਿਖਾਈ ਦਿੰਦੀ ਹੈ, ਜਦੋਂ ਕਿ ਬਾਹਰ ਖੜਾ ਰਿਕਸ਼ਾ ਚਾਲਕ ਜੋ ਕਿ ਇੱਕ ਆਮ, ਜਿਸ ਨੂੰ ਆਪਾਂ ਕਹਿ ਲਈਏ ਕਿ ਕਮਜ਼ੋਰ ਆਰਥਿਕਤਾ ਵਾਲਾ ਬੰਦਾ ਹੈ ਜਾਂ ਮਾੜਾ ਬੰਦਾ ਸਧਾਰਨ ਸ਼ਬਦਾਂ ਵਿੱਚ ਕਹਿ ਲਈਏ, ਤਾਂ ਉਹ ਉਹਨਾਂ ਨਾਲੋਂ ਜ਼ਿਆਦਾ ਤਾਕਤਵਰ ਜਾਪਣ ਲੱਗ ਜਾਂਦਾ ਹੈ। ਤਾਂ ਜਦੋਂ ਕੁਝ ਸਮਾਂ ਬਾਅਦ ਉਹ ਰਿਕਸ਼ੇ ਵਾਲਾ ਬਿਨਾਂ ਪੈਸੇ ਲਈ ਹੀ ਚਲਾ ਜਾਂਦਾ ਹੈ ਤਾਂ ਦੋਹਾਂ ਪਤੀ ਪਤਨੀ ਨੂੰ ਸੁੱਖ ਦਾ ਸਾਹ ਆਉਂਦਾ ਹੈ। ਪਰੰਤੂ ਇੱਕ ਗੱਲ ਅਸੀਂ ਹੋਰ ਵੀ ਦੇਖਦੇ ਹਾਂ ਕਿ ਜਦੋਂ ਰਿਕਸ਼ੇ ਵਾਲਾ ਚਲਾ ਜਾਂਦਾ ਹੈ ਤਾਂ ਉਹ ਪਤੀ ਪਤਨੀ ਦੇ ਵਿੱਚ ਇੱਕ ਦੋਸ਼ ਭਾਵਨਾ ਵੀ ਆ ਜਾਂਦੀ ਹੈ। ਉਹ ਆਪਣੇ ਆਪ ਨੂੰ ਦੋਸ਼ੀ ਮਹਿਸੂਸ ਕਰਦੇ ਹਨ ਕਿ ਉਹਨਾਂ ਨੇ ਰਿਕਸ਼ੇ ਵਾਲੇ ਦਾ ਹੱਕ ਮਾਰਿਆ ਹੈ, ਤੇ ਇਸ ਦੋਸ਼ ਭਾਵਨਾ ਤੋਂ ਖਹਿੜਾ ਛੁਡਾਉਣ ਲਈ ਉਹ ਫੈਸਲਾ ਕਰਦੇ ਹਨ ਕਿ ਆਪਾਂ ਇਹ 3 ਰੁਪਏ ਪਿੰਗਲਵਾੜੇ ਨੂੰ ਦੇ ਦੇਵਾਂਗੇ ਤੇ ਜਾਂ ਫਿਰ ਕਿਸੇ ਮੰਗਤੇ ਨੂੰ ਦੇ ਦੇਵਾਂਗੇ। ਸੋ ਬੱਚਿਓ, ਇਸ ਦੇ ਸ਼ਾਰਟ ਕੁਐਸਚਨ ਦੇਖਦੇ ਹਾਂ। ਪਹਿਲਾ ਕੁਐਸਚਨ ਹੈ, ਮਾੜਾ ਬੰਦਾ ਕਹਾਣੀ ਵਿੱਚ ਮਾੜਾ ਬੰਦਾ ਕੌਣ ਹੈ? 3 ਆਪਸ਼ਨਸ ਦਿੱਤੀਆਂ ਹੋਈਆਂ ਨੇ, 4 ਆਪਸ਼ਨਸ ਨੇ ਸੌਰੀ। ਰਿਕਸ਼ੇ ਵਾਲਾ, ਲੇਖਕ ਦੀ ਪਤਨੀ, ਲੇਖਕ ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ। ਸੋ ਇਸ ਦੀ ਫਰਸਟ ਆਪਸ਼ਨ ਠੀਕ ਹੈ, ਰਿਕਸ਼ੇ ਵਾਲਾ। ਅਗਲਾ ਪ੍ਰਸ਼ਨ ਹੈ, ਲੇਖਕ ਦੀ ਪਤਨੀ ਬੇਚੈਨ ਸੀ ਕਿਉਂਕਿ ਫਰਸਟ ਆਪਸ਼ਨ ਹੈ ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸਨ। ਸੈਕਿੰਡ ਆਪਸ਼ਨ ਹੈ ਉਸਨੇ ਰਿਕਸ਼ੇ ਵਾਲੇ ਨੂੰ ਤੈਅ ਕੀਤੇ ਪੈਸਿਆਂ ਤੋਂ ਘੱਟ ਪੈਸੇ ਦਿੱਤੇ ਸਨ। ਸੋ ਇਸ ਦੀ ਪਹਿਲੀ ਆਪਸ਼ਨ ਠੀਕ ਹੈ, ਰਿਕਸ਼ੇ ਵਾਲੇ ਨੇ ਪੈਸੇ ਵਗਾ ਕੇ ਮਾਰੇ ਸਨ। ਲੇਖਕ ਕਿਸ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ? ਲੇਖਕ ਆਪਣੇ ਕਿਸੇ ਰਿਸ਼ਤੇਦਾਰੀ ਵਿੱਚੋਂ ਭਰਾ ਲੱਗਦੇ ਕਿਸੇ ਵਿਅਕਤੀ ਨੂੰ ਚਿੱਠੀ ਲਿਖਣ ਦਾ ਯਤਨ ਕਰ ਰਿਹਾ ਸੀ। ਨੈਕਸਟ ਪ੍ਰਸ਼ਨ ਹੈ, ਲੇਖਕ ਦੀ ਪਤਨੀ ਦਾ ਰਿਕਸ਼ੇ ਵਾਲੇ ਨਾਲ ਝਗੜਾ ਕਿਉਂ ਹੋਇਆ? ਪਹਿਲੀ ਆਪਸ਼ਨ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸੇ ਮੰਗਦਾ ਸੀ। ਦੂਸਰੀ ਆਪਸ਼ਨ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਦੂਸਰੀ ਆਪਸ਼ਨ ਠੀਕ ਹੈ ਕਿਉਂਕਿ ਰਿਕਸ਼ੇ ਵਾਲਾ ਤੈਅ ਕੀਤੇ ਪੈਸਿਆਂ ਤੋਂ ਵੱਧ ਪੈਸੇ ਮੰਗਦਾ ਸੀ। ਰਿਕਸ਼ੇ ਵਾਲੇ ਨੇ ਪੈਸੇ ਕਿਉਂ ਵਗਾ ਕੇ ਮਾਰੇ? ਇਸ ਦਾ ਉੱਤਰ ਹੈ ਕਿਉਂਕਿ ਰਿਕਸ਼ੇ ਵਾਲਾ ਜਿੰਨੇ ਪੈਸੇ ਮੰਗ ਰਿਹਾ ਸੀ
ਉਸਨੂੰ ਆਪਣੀ ਮੰਗ ਦੇ ਅਨੁਸਾਰ ਪੈਸੇ ਨਹੀਂ ਸਨ ਮਿਲ ਰਹੇ, ਸੋ ਗੁੱਸੇ ਵਿੱਚ ਆ ਕੇ ਉਸਨੇ 2 ਰੁਪਏ ਵੀ ਵਗਾ ਕੇ ਮਾਰੇ। ਅੱਗੇ ਇਸ ਵਿੱਚ ਕਹਾਣੀ ਦੇ ਸਾਰ ਬਾਰੇ ਪੁੱਛਿਆ ਗਿਆ ਹੈ। ਬੱਚੋ ਕਹਾਣੀ ਜੇ ਤੁਹਾਨੂੰ ਬਿਲਕੁਲ ਅੱਛੀ ਤਰ੍ਹਾਂ ਸਮਝ ਆ ਗਈ ਹੈ ਤਾਂ ਤੁਸੀਂ ਈਜ਼ੀਲੀ ਇਸ ਦਾ ਸਾਰ ਲਿਖ ਲਓਗੇ। ਤੁਹਾਨੂੰ ਕਹਾਣੀ ਦਾ ਸਾਰ ਤੇ ਸ਼ਾਰਟ ਕੁਐਸਚਨਸ ਬਹੁਤ ਚੰਗੀ ਤਰ੍ਹਾਂ ਆਉਣੇ ਚਾਹੀਦੇ ਨੇ। ਆਈ ਹੋਪ ਕਿ ਤੁਹਾਨੂੰ ਇਹ ਕਹਾਣੀ ਸਮਝ ਆ ਗਈ ਹੋਵੇਗੀ। ਜੇਕਰ ਵੀਡੀਓ ਚੰਗੀ ਲੱਗੀ ਤਾਂ ਇਸ ਨੂੰ ਲਾਈਕ ਕਰ ਦੇਣਾ। ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ। ਗੁੱਡ ਬਾਏ।